ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰਖਹੁ ਸੋਗਹੁ ਬਾਹਰਾ, ਹਰਣ ਭਰਣ ਸਮਰੱਥ ਸਰੰਦਾ। ਰਸ ਕਸ ਰੂਪ ਨ ਰੇਖ ਵਿੱਚ, ਰਾਗ ਰੰਗ ਨਿਰਲੇਪ ਰਹੰਦਾ। ਗੋਸ਼ਟ ਗਿਆਨ ਅਗੋਚਰਾ, ਬੁੱਧ ਬਲ ਬਚਨ ਵਿਵੇਕ ਨ ਛੰਦਾ। ਗੁਰ ਗੋਵਿੰਦ ਗੋਵਿੰਦ ਗੁਰ, ਹਰ ਗੋਵਿੰਦ ਸਦਾ ਵਿਗਸੰਦਾ। ਅਚਰਜਨੋ ਅਚਰਜ ਮਿਲੈ, ਵਿਸਮਾਦੈ ਵਿਸਮਾਦ ਮਿਲੰਦਾ। ਗੁਰਮੁਖ ਮਾਰਗ ਚੱਲਣਾ, ਖੰਡੇ ਧਾਰ ਕਾਰ ਨਿਭੰਦਾ। ਗੁਰ ਸਿੱਖ ਲੈ ਗੁਰ ਸਿੱਖ ਚਲੰਦਾ, ਗੁਰ ਸਿੱਖ ਲੈ ਗੁਰ ਸਿੱਖ ਚਲੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰਗੱਦੀ 'ਤੇ ਬਿਰਾਜਮਾਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੁਕੱਦਸ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀਓ। ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਵਿੱਚੋਂ ਆਪ ਜੀ ਨੇ 54ਵੀਂ ਵਾਰ ਦੀ 1ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ। ਇਸ ਪੌੜੀ ਦੇ ਅੰਦਰ ਭਾਈ ਗੁਰਦਾਸ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸਤਿਗੁਰੂ ਵਡ ਜੋਧਾ ਬਹੁ ਪਰਿ ਉਪਕਾਰੀ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸਿਫਤ ਕਰਦੇ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੋਏ। ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਵਿੱਚ ਸਮਾ ਗਏ। ਗੁਰੂ ਹਰਗੋਬਿੰਦ ਸਾਹਿਬ ਜੀ ਐਸੇ ਹਨ ਜਿਨ੍ਹਾਂ ਦਾ ਭੇਦ ਕੋਈ ਨਹੀਂ ਪਾ ਸਕਦਾ। ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਪਵਿੱਤਰ ਭਾਈ ਗੁਰਦਾਸ ਦੀ ਬਾਣੀ ਦੀ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਹਰਖਹੁ ਸੋਗਹੁ ਬਾਹਰਾ, ਹਰਣ ਭਰਣ ਸਮਰੱਥ ਸਰੰਦਾ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹੈ, 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਹਰਖ ਤੇ ਸੋਗ ਤੋਂ ਬਾਹਰੇ ਹਨ, ਖੁਸ਼ੀ ਗਮੀ ਤੋਂ ਬਾਹਰੇ ਹਨ। ਸੰਸਾਰ ਦੇ ਲੋਕ ਧਨ ਪ੍ਰਾਪਤ ਹੋਇਆ, ਦੁਨੀਆ ਦੀ ਵਡਿਆਈ ਮਿਲੀ, ਖੁਸ਼ ਹੋ ਜਾਂਦੇ ਹੈ। ਧਨ ਖੁੱਸ ਗਿਆ, ਕੁਰਸੀ ਖੁੱਸ ਗਈ ਤਾਂ ਉਹਨਾਂ ਦੇ ਮਨ ਦੀ ਹਾਲਤ ਬੜੀ ਤਰਸਯੋਗ ਹੋ ਜਾਂਦੀ ਹੈ। ਗਮਾਂ ਦੇ ਸਾਗਰ ਵਿੱਚ ਡੁੱਬ ਜਾਂਦੇ ਹੈ।
ਗੁਰੂ ਇਹਨਾਂ ਦੋਹਾਂ ਤੋਂ ਬਾਹਰਾ ਹੈ, ਖੁਸ਼ੀ ਗਮੀ ਤੋਂ। ਜਦੋਂ ਅਸੀਂ ਇਤਿਹਾਸ ਦੇ ਵੱਲ ਨਜ਼ਰ ਮਾਰਦੇ ਹਾਂ, ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜੋ ਅੰਮ੍ਰਿਤਸਰ ਸਾਹਿਬ ਵਾਲਾ ਜੰਗ ਲੜਿਆ, ਲੋਹਗੜ੍ਹ ਵਾਲੇ ਅਸਥਾਨ 'ਤੇ, ਸਵੇਰੇ ਅੰਮ੍ਰਿਤ ਵੇਲੇ ਜੰਗ ਸ਼ੁਰੂ ਹੋ ਗਿਆ ਸੀ। ਬੀਬੀ ਵੀਰੋ ਦਾ ਵਿਆਹ ਸੀ ਉਸ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪੁੱਤਰੀ ਦਾ। ਮੁਗਲਸ ਖਾਂ ਫੌਜਾਂ ਚੜ੍ਹਾ ਕੇ ਲੈ ਕੇ ਆਇਆ। ਸਤਿਗੁਰੂ ਮਹਾਰਾਜ ਜੀ ਹਜੂਰ ਦੇ ਬਹਾਦਰ ਗੁਰਸਿੱਖਾਂ ਨੇ ਇਹ ਜੰਗ ਲੜੀ। ਬੜੀ ਵੀਰਤਾ ਗੁਰਸਿੱਖਾਂ ਨੇ ਵਿਖਾਈ। ਬੀਬੀ ਵੀਰੋ ਨੂੰ ਗੁਰੂ ਕੇ ਸਿੱਖ ਵਰ ਦੀਆਂ ਗੋਲੀਆਂ ਦੇ ਵਿੱਚ ਜੰਗ ਦੇ ਮੈਦਾਨ ਵਿੱਚੋਂ ਲੈ ਕੇ ਆਏ, ਕਿਉਂਕਿ ਉਹ ਘਰੇ ਰਹਿ ਗਏ ਸਨ। ਜੰਝ ਆਉਣੀ ਸੀ, ਪਹਿਲੋਂ ਹੀ ਗੁਰਸਿੱਖ ਨੂੰ ਭੇਜ ਦਿੱਤਾ ਵੀ ਉਹਨਾਂ ਨੂੰ ਕਹੋ ਝਬਾਲ ਚਲੇ ਜਾਣ, ਉੱਥੇ ਆਨੰਦ ਕਾਰਜ ਹੋਵੇਗਾ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਜੰਗ ਲੜਿਆ, ਗੁਰਸਿੱਖਾਂ ਨੇ ਵੀਰਤਾ ਵਿਖਾਈ, ਮਹਾਰਾਜ ਨੇ ਜੰਗ ਜਿੱਤਿਆ। ਸਤਿਗੁਰੂ ਜੀ ਨੇ ਉਸੇ ਵੇਲੇ ਆਪਣੇ ਜਿੰਨੇ ਗੁਰਸਿੱਖ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਏ ਸੀ, ਜਿਹੜੇ ਮਹਾਰਾਜ ਨੂੰ ਬਹੁਤ ਮੁਹੱਬਤ ਪਿਆਰ ਕਰਦੇ ਸੀ, ਸਾਰੇ ਗੁਰਸਿੱਖਾਂ ਨੂੰ ਜੰਗ ਦੇ ਮੈਦਾਨ ਦੇ ਵਿੱਚੋਂ ਜਿਹੜੇ ਜ਼ਖਮੀ ਹੋਏ ਉਹਨਾਂ ਦੀ ਸਾਂਭ ਸੰਭਾਲ, ਮਲਮ ਪੱਟੀ ਕਰਵਾਈ। ਜਿਹੜੇ ਸ਼ਹਾਦਤ ਨੂੰ ਪ੍ਰਾਪਤ ਹੋ ਗਏ, ਉਹਨਾਂ ਸ਼ਹੀਦ ਹੋਏ ਗੁਰਸਿੱਖਾਂ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਹੱਥੀਂ ਸੰਸਕਾਰ ਕੀਤਾ। ਦੁਪਹਿਰ ਵੇਲਾ ਹੋ ਗਿਆ। ਜੰਗ ਜਿੱਤ ਕੇ ਘੋੜੇ 'ਤੇ ਅਸਵਾਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੁਝ ਗੁਰਸਿੱਖਾਂ ਨੂੰ ਨਾਲ ਲੈ ਕੇ ਝਬਾਲ ਦੀ ਧਰਤੀ 'ਤੇ ਪਹੁੰਚੇ ਅਤੇ ਬੀਬੀ ਵੀਰੋ ਦਾ ਆਪਣੀ ਸਪੁੱਤਰੀ ਦਾ ਵਿਆਹ ਨਿਯਤ ਦਿਨ 'ਤੇ ਸਤਿਗੁਰੂ ਨੇ ਝਬਾਲ ਦੀ ਧਰਤੀ 'ਤੇ ਕੀਤਾ। ਇੱਕ ਪਾਸੇ ਜੰਗ ਦੇ ਮੈਦਾਨ ਵਿੱਚੋਂ ਆਏ ਹੈ, ਜੰਗ ਕਰਕੇ ਵੀਰ ਰਸ ਹੈ, ਜਾਨਾਂ ਤੋਂ ਪਿਆਰੇ ਗੁਰਸਿੱਖ ਸ਼ਹੀਦ ਹੋਏ, ਉਹਨਾਂ ਦਾ ਸੰਸਕਾਰ ਕੀਤਾ ਹੈ। ਅਤੇ ਦੂਜੇ ਪਾਸੇ ਸਤਿਗੁਰੂ ਆਪਣੀ ਧੀ ਦਾ ਵਿਆਹ ਕਰਦੇ ਹੈ, ਆਨੰਦ ਕਾਰਜ ਹੁੰਦੇ ਹੈ। ਔਰ ਇਸ ਤਰ੍ਹਾਂ ਸਤਿਗੁਰੂ ਇਸ ਖੁਸ਼ੀ ਦੇ ਸਮਾਗਮ ਦੇ ਵਿੱਚ ਸ਼ਾਮਲ ਹੋਏ ਨੇ ਜਿਵੇਂ ਕੁਛ ਹੋਇਆ ਹੀ ਨਾ ਹੋਵੇ। ਗੁਰੂ ਖੁਸ਼ੀ ਅਤੇ ਗਮੀ ਤੋਂ ਬਾਹਰਾ ਹੈ। ਹਰਖਹੁ ਸੋਗਹੁ ਬਾਹਰਾ। ਭਾਈ ਗੁਰਦਾਸ ਜੀ ਫਰਮਾਉਂਦੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਖੁਸ਼ੀ ਅਤੇ ਗਮੀ ਤੋਂ ਬਾਹਰੇ ਹਨ, ਇੱਕ ਰਸ ਰਹਿੰਦੇ ਹੈ। ਹਰਨ ਭਰਨ ਸਮਰੱਥ ਸਰੰਦਾ। ਹਰਨ ਦਾ ਅਰਥ ਹੁੰਦਾ ਹਰ ਲੈਣਾ, ਲੈਤਾ ਕਰ ਦੇਣੀ, ਨਾਸ਼ ਕਰਨਾ। ਭਰਨ ਭਰਨਾ ਭਾਵ ਪਾਲਣਾ ਕਰਨੀ। ਸਰੰਦਾ ਸਿਰਜਣਾ। ਗੁਰੂ ਹਰਗੋਬਿੰਦ ਸਾਹਿਬ ਜੀ ਸੰਸਾਰ ਨੂੰ ਸਿਰਜਣ ਵਿੱਚ, ਪਾਲਣ ਵਿੱਚ ਅਤੇ ਲੈਤਾ ਕਰਨ ਦੇ ਵਿੱਚ ਸਮਰੱਥ ਹਨ, ਕਿਉਂਕਿ ਆਪ ਪਰਮੇਸ਼ਰ ਹਨ। ਪਰਮੇਸ਼ਰ ਹੀ ਪੈਦਾ ਕਰਦਾ, ਉਹੀ ਪਾਲਦਾ ਅਤੇ ਉਹੀ ਖਤਮ ਕਰਦਾ ਹੈ। ਸਿਰਜਣ ਵਿੱਚ, ਪਾਲਣ ਵਿੱਚ ਅਤੇ ਲੈਤਾ ਕਰਨ ਦੇ ਵਿੱਚ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸਮਰੱਥ ਹਨ। ਰਸ ਕਸ ਰੂਪ ਨਾ ਰੇਖ ਵਿੱਚ, ਰਾਗ ਰੰਗ ਨਿਰਲੇਪ ਰਹੰਦਾ। ਦੁਨੀਆ ਦੇ ਰਸ ਕਸ ਰੂਪ ਰੰਗ ਦੇ ਵਿੱਚ ਨਹੀਂ ਹਨ ਗੁਰੂ ਹਰਗੋਬਿੰਦ ਸਾਹਿਬ ਜੀ। ਕੋਈ ਦੁਨਿਆਵੀ ਰਸ ਨਹੀਂ, ਕੋਈ ਰਸ ਕਸ ਨਹੀਂ। ਰਸ ਕਸ ਰੂਪ ਨਾ ਰੇਖ ਵਿੱਚ, ਨਾ ਕੋਈ ਰੂਪ ਹੈ ਨਾ ਰੇਖਾ ਹੈ, ਇਹਨਾਂ ਵਿੱਚ ਨਹੀਂ ਆਉਂਦੇ ਮਹਾਰਾਜ। ਰਾਗ ਰੰਗ ਨਿਰਲੇਪ ਰਹੰਦਾ। ਰਾਗ ਅਤੇ ਰੰਗ ਤੋਂ ਨਿਰਲੇਪ ਹਨ। ਰਾਗ ਮੋਹ, ਰੰਗ ਦੁਨੀਆ ਦੇ ਤਮਾਸ਼ੇ, ਇਹਨਾਂ ਤੋਂ ਨਿਰਲੇਪ ਰਹਿੰਦੇ ਨੇ ਸਤਿਗੁਰੂ ਜੀ। ਗੋਸ਼ਟ ਗਿਆਨ ਅਗੋਚਰਾ, ਬੁੱਧ ਬਲ ਬਚਨ ਵਿਵੇਕ ਨ ਛੰਦਾ। ਸਤਿਗੁਰੂ ਜੀ ਗਿਆਨ ਦੀ ਚਰਚਾ ਤੋਂ ਅਗੋਚਰ ਹਨ।
ਕੋਈ ਜਿੰਨੀ ਮਰਜ਼ੀ ਗਿਆਨ ਦੀ ਚਰਚਾ ਕਰ ਲਵੇ, ਗਿਆਨ ਦੀਆਂ ਗੱਲਾਂ ਕਰ ਲਵੇ, ਗੁਰੂ ਦਾ ਭੇਤ ਨਹੀਂ ਪਾ ਸਕਦਾ। ਬੁੱਧ ਬਲ ਬਚਨ ਵਿਵੇਕ ਨਾ ਛੰਦਾ, ਕਿਉਂਕਿ ਗੁਰੂ ਦੇ ਸਾਹਮਣੇ ਮਨੁੱਖ ਦੀ ਬੁੱਧੀ, ਮਨੁੱਖ ਦਾ ਬਲ, ਇਹਦੇ ਬੋਲ ਅਤੇ ਵਿਵੇਕ, ਇਹਦਾ ਗਿਆਨ, ਇਹ ਕਿਸੇ ਦੀ ਵੀ ਪੇਸ਼ ਨਹੀਂ ਗੁਰੂ ਦੇ ਸਾਹਮਣੇ ਜਾਂਦੀ। ਗੁਰੂ ਦੇ ਸਾਹਮਣੇ ਕੌਣ ਬੋਲ ਸਕਦਾ ਹੈ? ਗੁਰੂ ਦੇ ਸਾਹਮਣੇ ਕਿਹੜਾ ਗਿਆਨ ਦੀਆਂ ਗੱਲਾਂ ਕਰ ਸਕਦਾ? ਜਿਹੜੇ ਸਤਿਗੁਰੂ ਆਪ ਹੀ ਗਿਆਨ ਦਾ ਸਾਗਰ ਹਨ। ਮਹਿਜ 11 ਸਾਲ ਦੀ ਉਮਰ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਤਾ ਗੱਦੀ 'ਤੇ ਸੁਸ਼ੋਭਿਤ ਹੋਏ। ਜਦ ਸਤਿਗੁਰੂ ਅਰਜੁਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਹੋ ਜਾਂਦੀ ਹੈ, 11 ਸਾਲ ਉਮਰ ਸੀ, ਅਤੇ ਸਿੱਖਾਂ ਨੇ ਬੜੇ ਪਿਆਰ ਦੇ ਨਾਲ, ਭਾਵਨਾ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਨੂੰ ਨਮਸਕਾਰ ਕੀਤੀ, ਅਤੇ ਉਹੀ ਰੂਪ ਜਾਣਿਆ ਜੋ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੂੰ ਸਮਝਦੇ ਸੀ। ਸੋ ਗੁਰੂ ਦੇ ਸਾਹਮਣੇ ਬੁੱਧੀ ਦਾ ਬਲ, ਬੋਲ ਅਤੇ ਬੰਦੇ ਦਾ ਗਿਆਨ, ਇਹ ਕਿਸੇ ਦੀ ਪੇਸ਼ ਨਹੀਂ ਜਾਂਦੀ ਹੈ। ਗੁਰ ਗੋਬਿੰਦ ਗੋਬਿੰਦ ਗੁਰ, ਹਰ ਗੋਬਿੰਦ ਸਦਾ ਵਿਗਸੰਦਾ। ਗੁਰ ਗੋਬਿੰਦ, ਗੁਰੂ ਗੋਬਿੰਦ ਰੂਪ ਹੈ, ਅਤੇ ਗੋਬਿੰਦ ਗੁਰੂ ਰੂਪ ਹੈ। ਗੋਬਿੰਦ ਕਹਿੰਦੇ ਨੇ ਪਰਮਾਤਮਾ ਨੂੰ, ਗੁਰੂ ਗੋਬਿੰਦ ਰੂਪ ਪਰਮਾਤਮਾ ਰੂਪ ਹੈ, ਅਤੇ ਪਰਮਾਤਮਾ ਗੁਰੂ ਰੂਪ ਹੈ। ਭਾਵ ਕੋਈ ਫਰਕ ਨਹੀਂ ਗੁਰੂ ਹਰਗੋਬਿੰਦ ਸਾਹਿਬ ਦੇ ਵਿੱਚ ਅਤੇ ਪ੍ਰਭੂ ਦੇ ਵਿੱਚ। ਹਰ ਗੋਬਿੰਦ ਸਦਾ ਵਿਗਸੰਦਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਦਾ ਹੀ ਪ੍ਰਸੰਨ ਰਹਿੰਦੇ ਨੇ, ਖਿੜੇ ਰਹਿੰਦੇ ਹੈ। ਅਚਰਜ ਨੂੰ ਅਚਰਜ ਮਿਲੈ, ਵਿਸਮਾਦੈ ਵਿਸਮਾਦ ਮਿਲੰਦਾ। ਅਸਚਰਜ ਨੂੰ ਅਸਚਰਜ ਅਤੇ ਵਿਸਮਾਦ ਨੂੰ ਵਿਸਮਾਦ ਮਿਲਿਆ, ਭਾਵ ਵਿਸਮਾਦ ਦੇ ਨਾਲ ਵਿਸਮਾਦ ਮਿਲਿਆ। ਇਸ ਪੰਕਤੀ ਦਾ ਭਾਵ ਅਰਥ ਇਹ ਹੈ, ਵਿਸਮਾਦ ਰੂਪ, ਅਸਚਰਜ ਰੂਪ ਗੁਰੂ ਅਰਜੁਨ ਦੇਵ ਮਹਾਰਾਜ ਜੀ, ਵਿਸਮਾਦ ਰੂਪ, ਅਸਚਰਜ ਰੂਪ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਮਿਲੇ। ਭਾਵ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿੱਚ ਸਤਿਗੁਰੂ ਅਰਜੁਨ ਦੇਵ ਮਹਾਰਾਜ ਜੀ ਸਮਾਏ ਹੈ। ਗੁਰਮੁਖ ਮਾਰਗ ਚੱਲਣਾ, ਖੰਡੇ ਧਾਰ ਕਾਰ ਨਿਭੰਦਾ। ਗੁਰਮੁਖਾਂ ਦੇ ਰਸਤੇ ਦੇ ਉੱਤੇ ਚੱਲਣਾ, ਕਿਹਨੇ ਚੱਲਣਾ ਕੀਤਾ? ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋ ਗੁਰਮੁਖ ਮਾਰਗ ਹੈ, ਗੁਰੂ ਨਾਨਕ ਸਾਹਿਬ ਦਾ ਚਲਾਇਆ ਹੋਇਆ, ਗੁਰਮੁਖ ਮਾਰਗ ਦੇ ਉੱਤੇ ਸਤਿਗੁਰੂ ਚੱਲੇ ਨੇ। ਖੰਡੇ ਧਾਰ ਕਾਰ ਨਿਭੰਦਾ, ਅਤੇ ਨਾਲ ਸਤਿਗੁਰੂ ਨੇ ਖੰਡੇ ਦੀ ਧਾਰ 'ਤੇ ਚੱਲਣ ਦੀ ਕਾਰ ਨਿਭਾਈ ਹੈ। ਖੰਡੇ ਦੀ ਧਾਰ 'ਤੇ ਚੱਲਣ ਦਾ ਸਤਿਗੁਰੂ ਨੇ ਕਾਰਜ ਕੀਤਾ ਹੈ। ਖੰਡੇ ਦੀ ਧਾਰ ਦੇ ਉੱਤੇ ਚੱਲਣ ਦੀ ਕਾਰ ਨਿਭਾਉਣ ਵਾਲੇ ਕੌਣ ਹਨ? ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ। ਭਗਤੀ ਅਤੇ ਸ਼ਕਤੀ ਦੋਵੇਂ ਹੀ ਨੇ, ਸ਼ਾਸਤਰ ਅਤੇ ਸ਼ਸਤਰ ਦੋਨੋਂ ਹੀ ਹਨ, ਸੰਤ ਅਤੇ ਸਿਪਾਹੀ ਦੋਨੋਂ ਹੀ ਹਨ ਸਤਿਗੁਰੂ ਮਹਾਰਾਜ ਜੀ। ਸ਼ਸਤਰ ਫੜ ਕੇ ਮਹਾਰਾਜ ਜੀ ਨੇ ਜ਼ੁਲਮ ਦੇ ਖਿਲਾਫ 4 ਵੱਡੀਆਂ ਜੰਗਾਂ ਲੜੀਆਂ, ਅਤੇ ਚੌਥੀ ਜੰਗ ਕਰਤਾਰਪੁਰ ਵਾਲੀ ਸਤਿਗੁਰੂ ਜਦੋਂ ਲੜ ਕੇ ਜੰਗ ਜਿੱਤ ਕੇ ਕੀਰਤਪੁਰ ਸਾਹਿਬ ਨੂੰ ਜਾ ਰਹੇ ਸਨ, ਅਤੇ ਰਸਤੇ ਵਿੱਚ ਇੱਕ ਝੜਪ ਵੀ ਹੋਈ ਮਹਾਰਾਜ ਦੀ। ਸੋ ਸਤਿਗੁਰੂ ਨੇ ਖੰਡਾ ਵਾਹਿਆ ਹੈ, ਖੰਡੇ ਦੀ ਧਾਰ 'ਤੇ ਚੱਲੇ ਹੈ, ਇਸ ਕਾਰ ਨੂੰ ਨਿਭਾਇਆ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਗੁਰ ਸਿੱਖ ਲੈ ਗੁਰ ਸਿੱਖ ਚਲੰਦਾ। ਗੁਰ ਸਿੱਖ, ਇਹ ਵੱਖਰਾ ਵੱਖਰਾ ਗੁਰੂ ਦੀ ਸਿੱਖਿਆ। ਅਗਲਾ ਸ਼ਬਦ ਇਕੱਠਾ ਗੁਰਸਿੱਖ। ਗੁਰੂ ਦੀ ਸਿੱਖਿਆ ਲੈ ਕਰਕੇ ਜੋ ਗੁਰੂ ਕਾ ਸਿੱਖ ਜੀਵਨ ਮਾਰਗ ਵਿੱਚ ਚੱਲਦਾ ਹੈ, ਉਹ ਆਪਣੀ ਮੰਜ਼ਿਲ 'ਤੇ ਪਹੁੰਚ ਜਾਂਦਾ, ਉਹਦਾ ਜੀਵਨ ਸਫਲ ਹੋ ਜਾਂਦਾ ਹੈ। ਅਤੇ ਸਾਨੂੰ ਸਾਰਿਆਂ ਨੂੰ ਗੁਰੂ ਦੀ ਸਿੱਖਿਆ ਲੈ ਕੇ ਹੀ ਚੱਲਣਾ ਚਾਹੀਦਾ ਹੈ, ਤਾਂ ਹੀ ਅਸੀਂ ਗੁਰਸਿੱਖ ਕਹਾ ਸਕਦੇ ਹਾਂ, ਜੇ ਗੁਰੂ ਦੀ ਸਿੱਖਿਆ ਅਨੁਸਾਰ ਚੱਲਦੇ ਹਾਂ। ਸੋ ਅਗਲੀ 22ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਸਤਿਗੁਰੂ ਦੀ ਮਹਿਮਾ ਕਰਦੇ ਹੈ, ਅਤੇ ਨਾਲੇ
ਗੁਰਸਿੱਖਾਂ ਨੂੰ ਸਿੱਖਿਆ ਦਿੰਦੇ ਆ, ਗੁਰਸਿੱਖੋ ਮਹਾਰਾਜ ਨੇ ਜੋ ਉਪਦੇਸ਼ ਦਿੱਤਾ ਉਹਦੇ ਮੁਤਾਬਕ ਚੱਲੋ। ਹੰਸਹੁ ਹੰਸ ਗਿਆਨ ਕਰ, ਦੁੱਧੈ ਵਿੱਚਹੁ ਕੱਢੈ ਪਾਣੀ। ਸੋ ਜਿਵੇਂ ਹੰਸ ਦੁੱਧ ਅਤੇ ਪਾਣੀ ਨੂੰ ਨਿਤਾਰ ਦਿੰਦਾ, ਵੱਖਰਾ ਕਰ ਦਿੰਦਾ ਹੈ। ਭਾਈ ਗੁਰਦਾਸ ਜੀ ਨੇ ਇਹ ਦ੍ਰਿਸ਼ਟਾਂਤ ਦੇ ਦੇ ਕੇ ਸਮਝਾਇਆ, ਉਦਾਹਰਣਾਂ ਕਿ ਸਮਝ ਪੈ ਜਾਏ ਸਾਰਿਆਂ ਨੂੰ। ਹੰਸਹੁ ਹੰਸ ਗਿਆਨ ਕਰ, ਹੰਸਾਂ ਵਿੱਚੋਂ ਉਹ ਹੰਸ ਹਨ ਸਤਿਗੁਰੂ ਜੀ, ਰੱਬ ਦੇ ਪਿਆਰਿਆਂ ਵਿੱਚੋਂ, ਮਹਾਂਪੁਰਖਾਂ ਦੇ ਵਿੱਚੋਂ, ਸੰਤਾਂ ਦੇ ਵਿੱਚੋਂ ਐਸੇ ਹਨ ਸਤਿਗੁਰੂ ਜੀ। ਹੰਸਾਂ 'ਚੋਂ ਐਸੇ ਹੰਸ ਹਨ ਜੋ ਗਿਆਨ ਕਰਕੇ, ਗਿਆਨ ਦੀ ਸਿੱਖਿਆ ਦੇ ਕਰਕੇ, ਉਪਦੇਸ਼ ਦੇ ਕਰਕੇ, ਦੁੱਧੈ ਵਿੱਚਹੁ ਕੱਢੈ ਪਾਣੀ, ਦੁੱਧ ਦੇ ਵਿੱਚੋਂ ਪਾਣੀ ਨੂੰ ਕੱਢ ਦਿੰਦੇ, ਵੱਖਰਾ ਕਰ ਦਿੰਦੇ। ਭਾਵ ਸੱਚ ਅਤੇ ਝੂਠ ਜੇ ਰਲਿਆ ਹੋਵੇ ਨਾ, ਤਾਂ ਮਹਾਰਾਜ ਸੱਚ ਦੇ ਵਿੱਚੋਂ ਝੂਠ ਨੂੰ ਬਾਹਰ ਕੱਢ ਦਿੰਦੇ, ਐਸੀ ਸਿੱਖਿਆ ਦਿੰਦੇ। ਐਸੇ ਹੰਸਾਂ 'ਚੋਂ ਹੰਸ ਹਨ, ਸੱਚ ਵੱਖਰਾ ਕਰ ਦਿੰਦੇ ਹੈ ਅਤੇ ਝੂਠ ਵੱਖਰਾ ਕਰ ਦਿੰਦੇ ਹੈ। ਸੱਚ ਨੂੰ ਧਾਰਨ ਕਰਨ ਦਾ ਸਤਿਗੁਰੂ ਉਪਦੇਸ਼ ਦਿੰਦੇ ਹੈ। ਕੱਛਹੁ ਕੱਛ ਧਿਆਨ ਧਰ, ਲਹਿਰ ਨ ਵਿਆਪੈ ਘੁੰਮਣ ਵਾਣੀ। ਅਤੇ ਜਿਵੇਂ ਅਸੀਂ ਬਾਣੀ ਦਾ ਬਚਨ ਪੜ੍ਹਦੇ ਹਾਂ, ਕੁੰਮੀ ਜਲ ਮਾਹੇ ਤਨ ਤਿਸ ਬਾਹਰ, ਪੰਖ ਖੀਰ ਤਿਨ ਨਾਹੀ, ਪੂਰਨ ਪਰਮਾਨੰਦ ਮਨੋਹਰ, ਸਮਝ ਦੇਖ ਮਨ ਮਾਹੀ, ਕਹਿ ਧੰਨਾ ਪੂਰਨ ਤਾਹੂ ਕੋ ਮਤ ਰੇ ਜੀ ਡਰਾਹੀ। ਵੀ ਜਿਵੇਂ ਕੁੰਮੀ ਪਾਣੀ ਤੋਂ ਬਾਹਰ ਆ ਕੇ ਆਂਡੇ ਦਿੰਦੀ ਹੈ, ਉਹ ਧਿਆਨ ਧਰਦੀ ਹੈ, ਧਿਆਨ ਸ਼ਕਤੀ ਦੇ ਨਾਲ ਉਹ ਆਂਡਿਆਂ ਦੇ ਵਿੱਚੋਂ ਫਿਰ ਬੱਚੇ ਬਾਹਰ ਆਉਂਦੇ ਹੈ, ਫਿਰ ਪਾਣੀ ਵਿੱਚ ਲੈ ਕੇ ਜਾਂਦੀ ਹੈ। ਕੱਛਹੁ ਕੱਛ ਧਿਆਨ ਧਰ, ਕੱਛੂਆਂ ਦੇ ਵਿੱਚੋਂ ਐਸੇ ਕੱਛੂ ਵਾਂਗ ਧਿਆਨ ਧਰਨ ਵਾਲੇ ਨੇ ਸਤਿਗੁਰੂ ਜੀ, ਜੋ ਆਪਣੇ ਗੁਰਸਿੱਖਾਂ ਦਾ ਸਦਾ ਹੀ ਧਿਆਨ ਕਰਦੇ ਹੈ। ਮਹਾਰਾਜ ਗੁਰਸਿੱਖਾਂ ਨੂੰ ਆਪਣੇ ਧਿਆਨ ਵਿੱਚ ਰੱਖਦੇ ਹੈ, ਜਿਹਦਾ ਸਦਕਾ ਗੁਰਸਿੱਖਾਂ ਨੂੰ ਮਾਇਆ ਦੀਆਂ ਲਹਿਰਾਂ ਤਰੰਗਾਂ ਨਹੀਂ ਵਿਆਪਦੀਆਂ। ਮਹਾਰਾਜ ਜੀ ਧਿਆਨ ਧਾਰਦੇ ਆਪਣੇ ਗੁਰਸਿੱਖਾਂ ਨੂੰ ਪਾਲਦੇ ਹੈ, ਇਸ ਕਰਕੇ ਮਾਇਆ ਦੀ ਘੁੰਮਣ ਘੇਰੀ ਦੀ ਲਹਿਰ ਗੁਰਸਿੱਖਾਂ ਨੂੰ ਵਿਆਪਦੀ ਨਹੀਂ ਹੈ। ਮਾਇਆ ਵਿੱਚ ਸਾਬਤ ਰਹਿੰਦੇ ਹੈ ਗੁਰੂ ਕੇ ਸਿੱਖ, ਕਿਉਂਕਿ ਗੁਰੂ ਧਿਆਨ ਧਾਰ ਕੇ ਗੁਰਸਿੱਖਾਂ ਨੂੰ ਸਫਲ ਕਰ ਦਿੰਦੇ ਹੈ, ਸਫਲ ਬਣਾ ਦਿੰਦੇ ਹੈ। ਕੂੰਜਹੁ ਕੂੰਜ ਵਖਾਣੀਐ, ਸਿਮਰਨ ਕਰ ਉੱਡੈ ਅਸਮਾਣੀ। ਕੂੰਜਾਂ ਵਿੱਚੋਂ ਗੁਰੂ ਸਾਹਿਬ ਜੀ ਉਸ ਕੂੰਜ ਦੇ ਵਾਂਗ ਕਹੇ ਜਾਂਦੇ ਹੈ, ਜਿਹੜੀ ਕੂੰਜ ਆਪਣੇ ਬੱਚਿਆਂ ਦਾ ਸਿਮਰਨ ਕਰਦੀ ਹੋਈ, ਉਹਨਾਂ ਨੂੰ ਚੇਤੇ ਕਰਦੀ ਹੋਈ ਉੱਚੇ ਅਸਮਾਨਾਂ ਦੇ ਵਿੱਚ ਉੱਡ ਜਾਂਦੀ ਹੈ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਆਪਣੇ ਗੁਰਸਿੱਖ ਬੱਚਿਆਂ ਦਾ ਸਦਾ ਹੀ ਚੇਤਾ ਕਰਦੇ ਹੈ। ਮਹਾਰਾਜ ਮਨੋਂ ਨਹੀਂ ਵਿਸਾਰਦੇ, ਭੁਲਾਉਂਦੇ ਨਹੀਂ ਗੁਰਸਿੱਖਾਂ ਨੂੰ। ਗੁਰਸਿੱਖ ਭਾਵੇਂ ਸਤਿਗੁਰੂ ਮਹਾਰਾਜ ਜੀ ਤੋਂ ਬੇਮੁਖ ਹੋ ਜਾਣ, ਪਰ ਸਤਿਗੁਰੂ ਕਦੇ ਵੀ ਗੁਰਸਿੱਖਾਂ ਨੂੰ ਧੱਕੇ ਨਹੀਂ ਮਾਰਦੇ। ਬੱਚੇ ਨੇ, ਗਲਤੀਆਂ ਕਰਦੇ ਨੇ। ਕਰ ਉਪਦੇਸ ਝਿੜਕੇ ਬਹੁ ਭਾਂਤੀ, ਬਹੁਰ ਪਿਤਾ ਗੱਲ ਲਾਵੇ। ਅਤੇ ਜਿਵੇਂ ਇੱਕ ਪਿਤਾ ਝਿੜਕ ਕੇ ਆਪਣੇ ਬੱਚਿਆਂ ਨੂੰ ਸਿੱਖਿਆ ਦਿੰਦਾ ਹੈ, ਕਈ ਵਾਰਾਂ ਗੁਰੂ ਇਸ ਤਰ੍ਹਾਂ ਝਿੜਕ ਕੇ ਵੀ, ਤਾੜਨਾ ਕਰਕੇ ਵੀ ਸਿੱਖਿਆ ਦਿੰਦੇ, ਅਤੇ ਕਈ ਵਾਰਾਂ ਪਿਆਰ ਵਿੱਚ ਭਿੱਜ ਕੇ ਸਿੱਖਿਆ ਦਿੰਦੇ। ਕਿਹੜਾ ਬਾਪ ਹੈ ਜਿਹੜਾ ਇਹ ਚਾਹੁੰਦਾ ਕਿ ਮੇਰੇ ਬੱਚਿਆਂ ਦਾ ਭਲਾ ਨਾ ਹੋਵੇ? ਹਰ ਦੁਨੀਆ ਦੇ ਮਾਂ ਬਾਪ ਚਾਹੁੰਦੇ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਦੇ ਅਸੀਂ ਸਾਰੇ ਬੱਚੇ ਹਾਂ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮਹਿ ਸੂਖ ਕਨੇਰੇ। ਸੋ ਗੁਰੂ ਸਾਹਿਬ ਜੀ ਆਪਣੇ ਗੁਰਸਿੱਖ ਬੱਚਿਆਂ ਦਾ ਸਦਾ ਹੀ ਚੇਤਾ ਰੱਖਦੇ ਹੈ, ਜਿਵੇਂ ਕੂੰਜ ਆਪਣੇ ਬੱਚਿਆਂ ਨੂੰ ਚੇਤੇ ਕਰਦੀ ਹੈ। ਗੁਰ ਪਰਚੈ ਗੁਰ ਜਾਣੀਐ, ਗਿਆਨ ਧਿਆਨ ਸਿਮਰਨ ਗੁਰਬਾਣੀ। ਗੁਰੂ ਸਾਹਿਬ ਇੰਨੀ ਕਿਰਪਾ ਕਰਦੇ ਹੈ, ਧਿਆਨ ਧਰਦੇ ਹੈ, ਗੁਰਸਿੱਖਾਂ ਦਾ ਧਿਆਨ ਵਿੱਚ ਰੱਖਦੇ ਹੈ, ਕੂੰਜ ਦੇ ਵਾਂਗ ਚੇਤੇ ਵਿੱਚ ਰੱਖਦੇ, ਸਦਾ ਚੇਤੇ ਕਰਦੇ ਹੈ।
ਤੇ ਮਹਾਰਾਜ ਸੱਚੇ ਪਾਤਸ਼ਾਹ ਕਈ ਵਾਰਾਂ ਬਚਨ ਕਿਆ ਕਰਦੇ ਸਨ, ਦੀਵਾਨ ਲਾਉਂਦੇ, ਅੱਜ ਫਲਾਣਾ ਗੁਰੂ ਕਾ ਸਿੱਖ ਆਇਆ ਨਹੀਂ, ਕਿੱਥੇ ਹੈ, ਕਿੱਥੇ ਹਨ ਉਹ? ਤੇ ਗੁਰਸਿੱਖਾਂ ਨੇ ਦੱਸਣਾ, ਮਹਾਰਾਜ ਉਹ ਸੇਵਾ ਕਰ ਰਹੇ ਨੇ ਲੰਗਰ ਵਿੱਚ। ਸਤਿਗੁਰੂ ਪ੍ਰਸੰਨ ਹੋਇਆ ਕਰਦੇ ਸੀ। ਗੁਰੂ ਤਾਂ ਇੰਨੀ ਕਿਰਪਾ ਕਰਦਾ। ਹੁਣ ਸਿੱਖ ਦਾ ਕੀ ਫਰਜ਼ ਹੈ, ਉਹਦਾ ਜ਼ਿਕਰ ਕਰਦੇ ਨੇ ਭਾਈ ਗੁਰਦਾਸ ਜੀ। ਗੁਰ ਪਰਚੈ ਗੁਰ ਜਾਣੀਐ, ਗੁਰੂ ਦੇ ਨਾਲ ਪਰਚ ਕੇ, ਭਾਵ ਗੁਰੂ ਨੂੰ ਪ੍ਰੇਮ ਕਰਕੇ ਗੁਰਸਿੱਖ ਗੁਰੂ ਨੂੰ ਜਾਣੇ। ਗੁਰ ਪਰਚੈ ਗੁਰ ਜਾਣੀਐ, ਗੁਰੂ ਨਾਲ ਪ੍ਰੇਮ ਕਰਕੇ ਹੀ ਗੁਰਸਿੱਖ ਗੁਰੂ ਨੂੰ ਜਾਣ ਸਕਦਾ ਹੈ। ਗਿਆਨ ਧਿਆਨ ਸਿਮਰਨ ਗੁਰਬਾਣੀ, ਗੁਰਬਾਣੀ ਰਾਹੀਂ ਗਿਆਨ ਧਿਆਨ ਅਤੇ ਸਿਮਰਨ ਗੁਰੂ ਕਾ ਸਿੱਖ ਕਰਨਾ ਕਰੇ। ਇਹ ਸਿੱਖ ਦਾ ਫਰਜ਼ ਹੈ, ਗੁਰੂ ਨਾਲ ਪ੍ਰੇਮ ਰੱਖੇ ਅਤੇ ਗੁਰਬਾਣੀ ਪੜ੍ਹੇ, ਗੁਰਬਾਣੀ ਰਾਹੀਂ ਗਿਆਨ ਧਿਆਨ ਸਿਮਰਨ ਕਰੇ। ਗੁਰ ਸਿੱਖ ਲੈ ਗੁਰ ਸਿੱਖ ਹੋਣ, ਸਾਧ ਸੰਗਤ ਜਗ ਅੰਦਰ ਜਾਣੀ। ਗੁਰੂ ਦੀ ਸਿੱਖਿਆ ਲੈ ਕਰਕੇ ਗੁਰਸਿੱਖ ਬਣਨ, ਹੋਣ ਤੋਂ ਭਾਵ ਹੋਣਾ ਕਰਨ, ਬਣਨਾ ਕਰਨ। ਕੱਲੀਆਂ ਗੱਲਾਂ ਦੇ ਨਾਲ ਨਹੀਂ, ਕੱਲੀ ਗੱਲ ਕਹਿ ਕੇ ਨਹੀਂ ਸਰੇਗਾ ਗੁਰੂ ਦਾ ਸਿੱਖ ਹਾਂ। ਗੁਰ ਸਿੱਖ ਲੈ, ਗੁਰੂ ਦੀ ਸਿੱਖਿਆ ਲੈ ਕੇ ਗੁਰਸਿੱਖ ਬਣਨ। ਸਾਧ ਸੰਗਤ ਜਗ ਅੰਦਰ ਜਾਣੀ, ਅਤੇ ਜਗਤ ਅੰਦਰ ਸੰਸਾਰ ਵਿੱਚ ਜਿੱਥੇ ਵੀ ਜਾਣ ਸਾਧ ਸੰਗਤ ਜ਼ਰੂਰ ਕਰਨ। ਜਿੱਥੇ ਵੀ ਗੁਰੂ ਕਾ ਸਿੱਖ ਜਾਂਦਾ, ਭਾਵੇਂ ਵਿਦੇਸ਼ਾਂ ਵਿੱਚ ਅੱਜ ਸਿੱਖ ਵਸਦੇ ਹੈ, ਕਿਰਤ ਕਮਾਈਆਂ ਕਰਦੇ ਹੈ, ਜਨਮ ਭੋਏ ਤੋਂ ਦੂਰ ਚਲੇ ਜਾਂਦੇ ਹੈ, ਉੱਥੇ ਜਾ ਕੇ ਇੱਕ ਗੱਲ ਜ਼ਰੂਰ ਸਿੱਖ ਵੇਖਦਾ, ਇੱਥੇ ਨੇੜੇ ਗੁਰਦੁਆਰਾ ਕਿੱਥੇ ਹੈ। ਮੈਂ ਸਤਿਗੁਰੂ ਨੂੰ ਨਮਸਕਾਰ ਕਰਨ ਜਾਇਆ ਕਰਾਂਗਾ ਜਦੋਂ ਸਮਾਂ ਮਿਲੇਗਾ ਮੈਨੂੰ। ਸਭ ਤੋਂ ਪਹਿਲਾਂ ਇਹ ਵੇਖਦਾ ਹੈ ਨੇੜੇ ਗੁਰੂ ਘਰ ਕਿੱਥੇ ਹੈ, ਸਤ ਸੰਗਤ ਹੁੰਦੀ ਹੈ। ਤਾਂ ਗੁਰੂ ਕਾ ਸਿੱਖ ਸਾਧ ਸੰਗਤ ਜਗ ਅੰਦਰ ਜਾਣੀ, ਜਗਤ ਵਿੱਚ ਜਿੱਥੇ ਵੀ ਜਾਵੇ ਸਾਧ ਸੰਗਤ ਜ਼ਰੂਰ ਕਰੇ। ਪੈਰੀਂ ਪੈ ਪਾ ਖਾਕ ਹੋਏ, ਗਰਬ ਨਿਵਾਰ ਗਰੀਬੀ ਆਣੀ। ਪੈਰੀਂ ਪਵੇ ਗੁਰਸਿੱਖਾਂ ਦੇ, ਪਾ ਖਾਕ ਹੋਏ ਉਹਨਾਂ ਗੁਰਸਿੱਖਾਂ ਦੀ ਚਰਨ ਧੂੜ ਬਣ ਜਾਵੇ, ਅਤੇ ਹੰਕਾਰ ਨੂੰ ਦੂਰ ਕਰਕੇ ਮਨ ਵਿੱਚ ਗਰੀਬੀ ਨੂੰ ਲੈ ਕੇ ਆਵੇ, ਮਸਕੀਨੀ ਧਾਰਨ ਕਰੇ। ਪੀ ਚਰਨੋਦਕ ਅੰਮ੍ਰਿਤ ਬਾਣੀ, ਸੋ ਗੁਰੂ ਜੀ ਦਾ ਚਰਨਾਮ੍ਰਿਤ ਅੰਮ੍ਰਿਤ ਵਾਂਗ ਸਮਝ ਕਰਕੇ ਛਕੇ। ਸੋ ਐਸਾ ਗੁਰਸਿੱਖ ਕਰੇ, ਇਹ ਗੁਰਸਿੱਖ ਦੇ ਫਰਜ਼ ਹਨ। ਇਸ ਤੋਂ ਅਗਲੀ 23ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੇ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਜ਼ਿਕਰ ਕੀਤਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਲਾਹੌਰ ਦੀ ਧਰਤੀ 'ਤੇ ਹੋਈ। ਬਹੁਤ ਤਸੀਹੇ ਦਿੱਤੇ ਗਏ, ਸਤਿਗੁਰਾਂ ਨੂੰ ਤਤੀ ਤਵੀ 'ਤੇ ਬਿਠਾਇਆ, ਤਤੇ ਰੇਤ ਦੇ ਕੜਛੇ ਭਰ ਭਰ ਕੇ ਹਜ਼ੂਰ ਦੇ ਸੀਸ ਵਿੱਚ ਪਾਏ ਗਏ, ਪਰ ਸਤਿਗੁਰੂ ਬਿਲਕੁਲ ਡੋਲੇ ਨਹੀਂ, ਅਡੋਲ ਰਹੇ। ਜੀ ਦੇ ਸੀਸ 'ਤੇ ਕਦੇ ਸੀ ਕਲਸ ਝੁਲਦੇ, ਗਰਮ ਬਾਲੂ ਦੇ ਕੜਛੇ ਪਵਾ ਰਿਹਾ ਸੀ। ਉਹ ਕਈ ਪੈਰ ਅੰਗਿਆਰਾਂ ਦੀ ਸੇਜ ਬਹਿ ਕੇ ਸ਼ਾਂਤਮਈ ਦੇ ਪੂਰਨੇ ਪਾ ਰਿਹਾ ਸੀ। ਖਾ ਕੇ ਦੇਗ ਦੇ ਵਿੱਚ ਉਬਾਲਿਆਂ ਨੂੰ ਤਨੇ ਆਪਣਾ ਸਾੜ ਵਿਖਾ ਰਿਹਾ ਸੀ। ਸੀਨਾ ਸੰਸਾਰ ਦਾ ਤਪਦਾ ਠਾਰਨੇ ਨੂੰ ਤਨੇ ਆਪਣਾ ਸਾੜ ਵਿਖਾ ਰਿਹਾ ਸੀ। ਕਹਿਣਾ ਸੌਖਾ ਤੇ ਸੁਣਨਾ ਵੀ ਬੜਾ ਸੌਖਾ, ਔਖੀ ਗੱਲ ਹੈ ਅਮਲ ਕਮਾਉਣ ਵਾਲੀ। ਉਹ ਤਾਂ ਆਤਮਾ ਹੀ ਕੇਵਲ ਰੱਬ ਦੀ ਸੀ, ਤਤੀ ਤਵੀ ਤੇ ਸੁਖਮਨੀ ਗਾਉਣ ਵਾਲੀ। ਮਹਾਰਾਜ ਜੀ ਦੀ ਸ਼ਹਾਦਤ ਹੋਈ ਹੈ। ਭਾਈ ਗੁਰਦਾਸ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਸਨ। 5 ਗੁਰਸਿੱਖ ਮਹਾਰਾਜ ਦੇ ਨਾਲ ਗਏ। ਤਾਂ ਭਾਈ ਗੁਰਦਾਸ ਵੇਲੇ ਸਤਿਗੁਰੂ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ। ਤਾਂ ਸ਼ਹਾਦਤ ਵੇਲੇ ਸਤਿਗੁਰੂ ਦੀ ਅਵਸਥਾ ਕਿਹੋ ਜਿਹੀ ਸੀ, ਉਹਦਾ ਜ਼ਿਕਰ ਇਸ 23ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਕਰਦੇ ਹੈ।
ਰਹਿੰਦੇ ਗੁਰ ਦਰਿਆਓ ਵਿੱਚ, ਮੀਨ ਕੁਲੀਨ ਹੇਤ ਨਿਰਵਾਣੀ, ਮੀਨ ਕੁਲੀਨ ਹੇਤ ਨਿਰਬਾਣੀ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਸਦਾ ਸਥਿਰ ਪਰਮਾਤਮਾ ਦੇ ਵਿੱਚ ਮੱਛੀ ਦੇ ਦਰਿਆ ਦੇ ਵਿੱਚ ਲੀਨ ਹੋਣ ਵਾਂਗੂ ਪ੍ਰਭੂ ਦੇ ਵਿੱਚ ਲੀਨ ਹੋਏ। ਸਤਿਗੁਰੂ ਨੂੰ ਬੜੇ ਤਸੀਹੇ ਦਿੱਤੇ ਗਏ ਔਰ ਵਾਰ-ਵਾਰ ਕਿਹਾ ਗਿਆ ਜੁਰਮਾਨਾ ਭਰੋ 2 ਲੱਖ, ਗ੍ਰੰਥ ਦੇ ਵਿੱਚ ਸਾਡੇ ਪੈਗੰਬਰ ਦੀ ਸਿਫਤ ਲਿਖੋ, ਬਹੁਤ ਸਾਰੀਆਂ ਗੱਲਾਂ ਕਹੀਆਂ। ਪਰ ਸਤਿਗੁਰੂ ਨੇ ਕਿਹਾ ਜੋ ਸੱਚ ਹੈ ਉਹਦਾ ਪੱਲਾ ਮੈਂ ਨਹੀਂ ਛੱਡਣਾ। ਸੋ ਜੋਤੀ ਜੋਤ ਸਮਾਉਣ ਕਿਵੇਂ ਸਮਾਏ? ਜਿਵੇਂ ਮੀਨ ਕੁਲੀਨ, ਮੱਛੀ ਦੀ ਕੁੱਲ ਵਾਂਗੂ। ਮੱਛੀ ਪਾਣੀ ਵਿੱਚ ਲੀਨ ਹੁੰਦੀ ਹੈ ਨਾ, ਦਰਿਆ ਵਿੱਚ। ਇਸ ਤਰ੍ਹਾਂ ਸਦਾ ਸਥਿਰ ਵਾਹਿਗੁਰੂ ਦੀ ਜੋਤ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਜੋਤ ਲੀਨ ਹੋਈ, ਸਤਿਗੁਰੂ ਪਰਮਾਤਮਾ ਦੇ ਵਿੱਚ ਲੀਨ ਹੋਏ। ਦਰਸ਼ਨ ਦੇਖ ਪਤੰਗ ਜਿਉ, ਜੋਤੀ ਅੰਦਰ ਜੋਤ ਸਮਾਣੀ। ਪਰਮਾਤਮਾ ਦਾ ਦਰਸ਼ਨ ਕਰਕੇ ਪਤੰਗੇ ਵਾਂਗੂ ਗੁਰੂ ਜੀ ਦੀ ਜੋਤ, ਜੋਤੀ ਪਰਮਾਤਮਾ ਦੇ ਵਿੱਚ ਸਮਾ ਗਈ। ਜਿਵੇਂ ਪਤੰਗਾ ਦੀਵੇ ਦੀ ਲਾਟ 'ਤੇ ਆਉਂਦਾ ਹੈ, ਕੁਰਬਾਨ ਹੋ ਜਾਂਦਾ ਹੈ, ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਪਤੰਗੇ ਵਾਂਗੂ ਗੁਰੂ ਦੀ ਜੋਤ, ਪਰਮ ਜੋਤ ਪਰਮਾਤਮਾ ਵਿੱਚ ਸਮਾਈ ਹੈ। ਸ਼ਬਦ ਸੁਰਤ ਲਿਵ ਮਿਰਗ ਜਿਉ, ਭੀੜ ਪਈ ਚਿਤ ਅਵਰ ਨ ਆਣੀ। ਜਿਸ ਵੇਲੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਲਾਹੌਰ ਤੱਤੀ ਤਵੀ 'ਤੇ ਬਿਠਾ ਕੇ ਤੱਤਾ ਰੇਤ ਸੀਸ ਵਿੱਚ ਪਾ ਕੇ ਤਸੀਹੇ ਦਿੱਤੇ ਜਾ ਰਹੇ ਸੀ, ਸੋ ਇਹ ਬਹੁਤ ਵੱਡੀ ਭੀੜ ਜਦੋਂ ਸਤਿਗੁਰੂ 'ਤੇ ਆ ਪਈ ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਸ ਵੇਲੇ ਵੀ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਮਨ ਵਿੱਚ ਕੋਈ ਹੋਰ ਖਿਆਲ ਨਹੀਂ ਲਿਆਂਦਾ। ਭੀੜ ਪਈ ਚਿੱਤ ਅਵਰ ਨਾ ਆਣੀ। ਜਦੋਂ ਇਹ ਭੀੜਾ ਪਈ ਤੇ ਆਪਣੇ ਚਿੱਤ ਵਿੱਚ ਕੋਈ ਹੋਰ ਗੱਲ ਲਿਆਂਦੀ ਹੀ ਨਹੀਂ। ਸ਼ਬਦ ਸੁਰਤ ਲਿਵ ਮਿਰਗ ਜਿਉ, ਜਿਵੇਂ ਮਿਰਗ ਜਿਹੜਾ ਨਾ ਹਿਰਨ ਕੰਡੇ ਹੇੜੇ ਦੇ ਸ਼ਬਦ ਦੇ ਵਿੱਚ, ਆਵਾਜ਼ ਵਿੱਚ ਮਸਤ ਹੋ ਜਾਂਦਾ ਹੈ, ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ਼ਬਦ ਸੁਰਤ ਦੇ ਵਿੱਚ ਲਿਵਲੀਨ ਰਹੇ। ਸ਼ਬਦ ਸੁਰਤ ਦੀ ਲਿਵ ਦੇ ਵਿੱਚ ਸਤਿਗੁਰੂ ਰਹੇ। ਮਹਾਰਾਜ ਜੀ ਤਤੀ ਤਵੀ 'ਤੇ ਬੈਠ ਕੇ ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਗੁਰਬਾਣੀ ਗਾਉਂਦੇ ਰਹੇ, ਗੁਰਬਾਣੀ ਪੜ੍ਹਦੇ ਰਹੇ। ਚਰਨ ਕਵਲ ਮਿਲ ਭਵਰ ਜਿਉ, ਸੁਖ ਸੰਪਟ ਵਿੱਚ ਰਹਿਣ ਵਿਹਾਣੀ। ਸਤਿਗੁਰੂ ਦੇ ਗੁਰੂ ਅਰਜਨ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਜੋ ਪਹਿਲੀ ਰਾਤ, ਜਿਸ ਦਿਨ ਸਤਿਗੁਰੂ ਜੋਤੀ ਜੋਤ ਸਮਾਉਂਦੇ ਆ, ਤਾਂ ਉਹ ਜਿਹੜੀ ਰਾਤ ਹੈ, ਦਿਨੇ ਸਤਿਗੁਰੂ ਜੋਤੀ ਜੋਤ ਸਮਾਉਂਦੇ ਰਾਵੀ ਦੇ ਕੰਢੇ ਇਸ਼ਨਾਨ ਕਰਦੇ ਹੈ, ਜਪਜੀ ਸਾਹਿਬ ਦਾ ਪਾਠ ਕਰਦੇ ਹੈ, ਅਤੇ ਮਹਾਰਾਜ ਸੱਚੇ ਪਾਤਸ਼ਾਹ ਆਪਣਾ 5 ਭੌਤਿਕ ਸਰੀਰ ਤਿਆਗ ਦਿੰਦੇ ਹੈ, ਸੱਚਖੰਡ ਜਾ ਬਿਰਾਜਦੇ। ਕਿਉਂਕਿ ਸਰੀਰ ਰੱਖਣ ਦੇ ਯੋਗ ਨਹੀਂ ਸੀ। ਪਹਿਲੋਂ ਦੇਗ ਵਿੱਚ ਉਬਾਲੇ ਦਿੱਤੇ ਗਏ, ਤੱਤੀ ਤਵੀ 'ਤੇ ਬਿਠਾਇਆ, ਤੱਤਾ ਰੇਤ ਸੀਸ ਵਿੱਚ ਪਾਇਆ, ਭੁੱਖੇ ਰੱਖਿਆ ਗਿਆ, 5 ਦਿਨ ਤਸੀਹੇ ਦਿੱਤੇ, ਤੋ ਸਰੀਰ ਰੱਖਣ ਦੇ ਕਾਬਲ ਨਹੀਂ ਸੀ। ਇਸ ਲਈ ਰਾਵੀ 'ਤੇ ਆਏ, ਇਸ਼ਨਾਨ ਕੀਤਾ, ਜਪਜੀ ਸਾਹਿਬ ਦਾ ਪਾਠ ਕੀਤਾ, ਤਨ 'ਤੇ ਬਸਤਰ ਲਿਆ, ਸੱਚਖੰਡ ਜਾ ਬਿਰਾਜੇ। ਜੋਤੀ ਜੋਤ ਸਮਾਉਣ ਤੋਂ ਜਿਹੜੀ ਪਹਿਲੀ ਰਾਤ ਸੀ ਨਾ, ਉਹ ਬੜੀ ਕਸ਼ਟਾਂ ਵਾਲੀ ਸੀ, ਦੁੱਖਾਂ ਵਾਲੀ ਸੀ। ਮਾਸ ਹੱਡੀਆਂ ਨੂੰ ਛੱਡ ਚੁੱਕਿਆ ਸੀ, ਸਰੀਰ ਦੀ ਉਤਲੀ ਜਿਹੜੀ ਚਮੜੀ ਹੈ ਇਹ ਲੱਥ ਚੁੱਕੀ ਸੀ। ਤੋ ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਚਰਨ ਕਵਲ ਮਿਲ ਭਵਰ ਜਿਉ, ਸੁਖ ਸੰਪਟ ਵਿੱਚ ਰਹਿਣ ਵਿਹਾਣੀ। ਜੋਤੀ ਜੋਤ ਸਮਾਉਣ ਤੋਂ ਪਹਿਲੀ ਰਾਤ ਇਹ ਬਹੁਤ ਦੁੱਖਾਂ ਭਰੀ, ਕਸ਼ਟ ਭਰੀ ਸੀ। ਪਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਉਹ ਰਾਤ ਵੀ
ਭੌਰੇ ਦੀ ਤਰ੍ਹਾਂ ਵਾਹਿਗੁਰੂ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਮਿਲ ਕੇ ਰਹੇ। ਮਨੋ ਸੁਖ ਸੰਪਟ, ਸੁੱਖਾਂ ਦੇ ਡੱਬੇ ਵਿੱਚ ਸਤਿਗੁਰੂ ਨੇ ਬੈਠ ਕੇ ਰਾਤ ਬਤੀਤ ਕੀਤੀ। ਸਹਿਜ ਆਨੰਦ ਦੇ ਵਿੱਚ ਮਹਾਰਾਜ ਰਹੇ। ਭੌਰਾ ਜਿਵੇਂ ਕੌਲ ਫੁੱਲ ਦੇ ਵਿੱਚ ਸੁਖ ਮੰਨਦਾ ਹੈ, ਸਤਿਗੁਰੂ ਮਹਾਰਾਜ ਜੀ ਸਹਿਜ ਆਨੰਦ ਵਿੱਚ ਟਿਕੇ ਰਹੇ। ਵਾਹਿਗੁਰੂ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਸਤਿਗੁਰੂ ਦੀ ਚਿੱਤ ਦੀ ਬਿਰਤੀ ਟਿਕੀ ਰਹੀ ਔਰ ਪ੍ਰਮਾਤਮਾ ਨੂੰ ਸਾਰੀ ਰਾਤ ਮਹਾਰਾਜ ਜੀ ਚੇਤੇ ਕਰਦੇ ਰਹੇ। ਗੁਰ ਉਪਦੇਸ ਨ ਵਿਸਰੈ, ਬਾਬੀਹੇ ਜਿਉ ਆਖ ਵਖਾਣੀ। ਸਤਿਗੁਰੂ ਅਰਜੁਨ ਦੇਵ ਮਹਾਰਾਜ ਜੀ ਨੂੰ ਗੁਰੂ ਦਾ ਉਪਦੇਸ਼, ਜੋ ਗੁਰੂ ਰਾਮਦਾਸ ਜੀ ਨੇ ਉਪਦੇਸ਼ ਦਿੱਤਾ, ਸਿੱਖਿਆਵਾਂ ਦਿੱਤੀਆਂ, ਬਿਲਕੁਲ ਨਹੀਂ ਭੁੱਲਿਆ। ਅੰਤ ਸਮੇਂ ਤੱਕ ਗੁਰ ਉਪਦੇਸ਼ ਨਾ ਵਿਸਰੈ। ਗੁਰੂ ਰਾਮਦਾਸ ਜੀ ਦਾ ਉਪਦੇਸ਼ ਵਿਸਰਿਆ ਨਹੀਂ। ਬਾਬੀਹੇ ਜਿਉ ਆਖ ਵਖਾਣੀ। ਅਤੇ ਜਿਵੇਂ ਪਪੀਹਾ ਪ੍ਰਿਓ ਪ੍ਰਿਓ ਟੇਰਦਾ ਪੁਕਾਰਦਾ ਨਾ, ਇਸ ਤਰ੍ਹਾਂ ਅੰਤ ਤੱਕ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਸ਼ਬਦ ਦਾ ਜਾਪ ਕਰਦੇ ਰਹੇ, ਰਸਨਾ ਤੋਂ ਗੁਰਬਾਣੀ ਦਾ ਜਾਪ ਕਰਦੇ ਰਹੇ। ਅਥਵਾ ਇਸ ਪੰਕਤੀ ਦਾ ਅਰਥ ਇਸ ਤਰ੍ਹਾਂ ਵੀ ਵਿਦਵਾਨ ਕਰਦੇ ਹੈ, ਗੁਰ ਉਪਦੇਸ ਨਾ ਵਿਸਰੈ, ਬਾਬੀਹੇ ਜਿਉ ਆਖ ਵਖਾਣੀ। ਸਤਿਗੁਰੂ ਅਰਜੁਨ ਦੇਵ ਮਹਾਰਾਜ ਜੀ ਨੂੰ ਉਪਦੇਸ਼ ਕਰਨਾ ਨਹੀਂ ਵਿਸਰਿਆ। ਅਖੀਰ ਤੱਕ ਜਿਹੜੇ ਨਾਲ ਗੁਰਸਿੱਖ ਸਨ ਮਹਾਰਾਜ ਦੇ, ਜਦੋਂ ਰਾਵੀ 'ਤੇ ਜਾਂਦੇ ਅਖੀਰ ਤੱਕ ਸਤਿਗੁਰੂ ਪਪੀਹੇ ਵਾਂਗ ਰੱਟ ਕੇ ਗੁਰਸਿੱਖਾਂ ਨੂੰ ਉਪਦੇਸ਼ ਦਿੰਦੇ ਰਹੇ, ਗੁਰਬਾਣੀ ਦਾ ਸਿੱਖਿਆ ਦਿੰਦੇ ਰਹੇ ਸਤਿਗੁਰੂ ਜੀ। ਗੁਰਮੁਖ ਸੁਖ ਫਲ ਪਿਰਮ ਰਸ, ਸਹਿਜ ਸਮਾਧ ਸਾਧ ਸੰਗ ਜਾਣੀ। ਗੁਰਮੁਖ ਕੌਣ? ਗੁਰੂ ਅਰਜੁਨ ਦੇਵ ਮਹਾਰਾਜ ਜੀ। ਸੋ ਗੁਰਮੁਖ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਪ੍ਰੇਮ ਰਸ, ਸੁਖ ਫਲ ਅਤੇ ਸਹਿਜ ਸਮਾਧੀ ਇਹ ਸਾਧ ਸੰਗਤ ਵਿੱਚ ਹੀ ਜਾਣੀ ਹੈ। ਮਹਾਰਾਜ ਨੇ ਸਦਾ ਹੀ ਸਾਧ ਸੰਗਤ ਕਰਨ ਦਾ ਉਪਦੇਸ਼ ਦਿੱਤਾ ਗੁਰਸਿੱਖਾਂ ਦੇ ਤਾਈਂ। ਆਪ ਸਤਿਗੁਰੂ ਸਤ ਸੰਗਤ ਕਰਦੇ ਰਹੇ ਔਰ ਗੁਰਸਿੱਖਾਂ ਨੂੰ ਸਮਝਾਇਆ ਕਿ ਪ੍ਰੇਮ ਰਸ, ਸੁਖ ਫਲ ਅਤੇ ਸਹਿਜ ਸਮਾਧੀ ਇਹ ਸਾਧ ਸੰਗਤ ਦੇ ਵਿੱਚ ਹੀ ਹੈ। ਇੱਥੋਂ ਹੀ ਇਹ ਸਾਰੀਆਂ ਦਾਤਾਂ ਪ੍ਰਾਪਤ ਹੋਣੀਆਂ। ਇਸ ਲਈ ਸਾਧ ਸੰਗਤ ਜ਼ਰੂਰ ਕਰਿਆ ਕਰੋ। ਸਤਿਗੁਰੂ ਨੇ ਸਾਧ ਸੰਗਤ ਵਿੱਚ ਹੀ ਇਹ ਸਾਰੀਆਂ ਦਾਤਾਂ ਜਾਣੀਆਂ ਹਨ। ਗੁਰ ਅਰਜਨ ਵਿਟਹੁ ਕੁਰਬਾਣੀ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਤੋਂ ਭਾਈ ਗੁਰਦਾਸ ਜੀ ਫਰਮਾਉਂਦੇ, ਮੈਂ ਕੁਰਬਾਨ ਜਾਂਦਾ ਹਾਂ। ਜਿਨ੍ਹਾਂ ਸ਼ਹਾਦਤ ਦੇ ਦਿੱਤੀ, ਵੱਡੀ ਕਿਰਪਾ ਕਰਕੇ ਗੁਰਬਾਣੀ ਦਾ ਖਜ਼ਾਨਾ ਸੰਸਾਰ ਦੇ ਭਲੇ ਲਈ ਬਖਸ਼ਿਆ ਔਰ ਇਹਦੇ ਵਿੱਚ ਥੋੜ੍ਹਾ ਜਿੰਨਾ ਵੀ ਕਿਸੇ ਦੇ ਕਹਿਣ 'ਤੇ ਕੋਈ ਗੁਰਮਤਿ ਤੋਂ ਉਲਟ ਬੋਲ ਨਹੀਂ ਪਾਇਆ। ਸਤਿਗੁਰੂ ਨੇ ਸ਼ਹਾਦਤ ਦਿੱਤੀ। ਐਸੇ ਦੀਨ ਦਿਆਲ ਸਤਿਗੁਰੂ ਤੋਂ ਮੈਂ ਸਦਾ ਹੀ ਕੁਰਬਾਨ ਜਾਂਦਾ ਹਾਂ। 24ਵੀਂ ਪੌੜੀ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਸਿਫਤਾਂ ਭਾਈ ਗੁਰਦਾਸ ਜੀ ਕਰਦੇ ਹੈ। ਪਾਰ ਬ੍ਰਹਮ ਪੂਰਨ ਬ੍ਰਹਮ, ਸਤਿਗੁਰ ਆਪੇ ਆਪ ਉਪਾਇਆ। ਪਾਰ ਬ੍ਰਹਮ ਪਰਮੇਸ਼ਰ ਜੋ ਸਾਰੀਆਂ ਥਾਵਾਂ 'ਤੇ ਪਰਿਪੂਰਨ ਹੈ, ਉਸ ਨੇ ਸਰਗੁਣ ਸਰੂਪ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਅਰਜੁਨ ਦੇਵ ਜੀ ਦੀ ਆਪਣੇ ਆਪ ਤੋਂ ਉਤਪੱਤੀ ਕੀਤੀ ਹੈ। ਭਾਵ ਪਰਮਾਤਮਾ ਨੇ ਆਪ ਹੀ ਆਕਾਰ ਧਾਰਿਆ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ, ਗੁਰੂ ਸਾਹਿਬਾਨਾਂ ਦਾ। ਗੁਰ ਗੋਬਿੰਦ ਗੋਵਿੰਦ ਗੁਰ, ਜੋਤ ਏਕ ਦੋਇ ਨਾਵ ਧਰਾਇਆ। ਗੁਰ ਗੋਬਿੰਦ, ਗੁਰੂ ਹੀ ਗੋਬਿੰਦ ਰੂਪ ਹੈ ਅਤੇ ਗੋਬਿੰਦ ਹੀ ਗੁਰੂ ਰੂਪ ਹੈ। ਜੋਤ ਇੱਕੋ ਹੀ ਹੈ, ਨਾਮ ਦੋ ਰਖਵਾਏ ਨੇ। ਇੱਕ ਗੁਰੂ ਹੈ, ਇੱਕ ਗੋਬਿੰਦ ਹੈ। ਭਾਵ ਇੱਕ ਗੁਰੂ ਅਤੇ ਇੱਕ ਪਰਮਾਤਮਾ, ਨਾ ਹੀ ਦੋ ਨੇ, ਜੋਤ ਇੱਕੋ ਹੀ ਹੈ। ਪੁੱਤ ਪਿਆਹੋ ਪਿਓ ਪੁੱਤ ਤੇ, ਵਿਸਮਾਦਹੁ ਵਿਸਮਾਦ ਸੁਣਾਇਆ। ਪਿਤਾ ਤੋਂ ਪੁੱਤਰ ਅਤੇ ਪੁੱਤਰ ਤੋਂ ਪਿਤਾ, ਅਚਰਜ ਤੋਂ ਅਚਰਜ ਰੂਪ ਸਤਿਗੁਰੂ ਨੇ ਸੁਣਾਇਆ ਹੈ। ਸਤਿਗੁਰੂ ਗੁਰੂ ਅਰਜੁਨ ਦੇਵ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਜੀ ਸੰਸਾਰੀ ਰਿਸ਼ਤੇ ਵਿੱਚ ਵੀ ਪਿਤਾ ਪੁੱਤਰ ਹਨ, ਇੱਕ ਰੂਪ ਹਨ, ਕੋਈ ਫਰਕ ਨਹੀਂ। ਔਰ ਜੋਤ ਰੂਪ
ਸਤਿਗੁਰੂ ਇੱਕ ਹੀ ਹਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ। ਬਿਰਖਹੁ ਫਲ ਫਲ ਤੇ ਬਿਰਖ, ਆਚਰਜਹੁ ਆਚਰਜ ਸੁਹਾਇਆ। ਬਿਰਖਹੁ ਫਲ, ਦਰਖਤ ਤੋਂ ਫਲ ਅਤੇ ਫਲ ਤੋਂ ਫਿਰ ਦਰਖਤ ਪੈਦਾ ਹੁੰਦਾ ਹੈ। ਦਰਖਤ ਉਹਨੂੰ ਫਲ ਲੱਗਦੇ ਨੇ, ਉਹੀ ਫਲਾਂ ਦੇ ਵਿੱਚ ਬੀਜ ਹੈ, ਫਿਰ ਉਹਨਾਂ ਬੀਜਾਂ ਤੋਂ ਦਰਖਤ ਹੁੰਦਾ ਹੈ। ਭਾਵ ਇੱਕ ਰੂਪ ਨੇ। ਆਚਰਜਹੁ ਆਚਰਜ ਸੁਹਾਇਆ, ਅਚਰਜ ਤੋਂ ਅਚਰਜ ਰੂਪ ਸਤਿਗੁਰੂ ਦਾ ਸੋਭਨੀਕ ਹੋਇਆ ਹੈ। ਨਦੀ ਕਿਨਾਰੇ ਆਖੀਆਂ, ਪੁੱਛੇ ਪਾਰਾਵਾਰ ਨਾ ਪਾਇਆ। ਨਦੀ ਦੇ ਦੋ ਕੰਢੇ ਕਹੇ ਜਾਂਦੇ ਹੈ ਕਿਨਾਰੇ ਉਹਦੇ, ਇੱਕ ਉਰਲਾ ਕਿਨਾਰਾ ਅਤੇ ਇੱਕ ਪਰਲਾ ਕਿਨਾਰਾ। ਪਰ ਜੇ ਕੋਈ ਪੁੱਛੇ ਤਾਂ ਉਹਦਾ ਪਾਰਾਵਾਰ ਕਿਸੇ ਨੇ ਨਹੀਂ ਪਾਇਆ। ਕੋਈ ਦੱਸ ਸਕਦਾ ਨਦੀ ਦਾ ਉਰਲਾ ਕਿਨਾਰਾ ਕਿਹੜਾ ਅਤੇ ਪਰਲਾ ਕਿਹੜਾ? ਕਿਉਂਕਿ ਜਿਹੜਾ ਬੰਦਾ ਨਦੀ ਦੇ ਇਸ ਪਾਸੇ ਖਲੋਤਾ ਉਹਨੂੰ ਪੁੱਛੋਗੇ ਉਹ ਕਹੇਗਾ ਇਹ ਵਾਲਾ ਉਰਲਾ ਕਿਨਾਰਾ ਅਤੇ ਉਹ ਦੂਜਾ ਜਿਹੜਾ ਉਹ ਪਰਲਾ ਹੈ। ਅਤੇ ਜਿਹੜਾ ਉੱਧਰ ਬੰਦਾ ਖਲੋਤਾ ਉਹਨੂੰ ਪੁੱਛੋ ਉਹ ਕਹੇਗਾ ਨਹੀਂ ਆਹ ਉਰਲਾ ਕਿਨਾਰਾ ਦੂਜਾ ਪਰਲਾ ਹੈ। ਕੋਈ ਦੱਸ ਸਕਦਾ ਦੁਨੀਆ ਵਿੱਚ ਵੀ ਨਦੀ ਦਾ ਉਰਲਾ ਕਿਨਾਰਾ ਕਿਹੜਾ ਅਤੇ ਪਰਲਾ ਕਿਨਾਰਾ ਕਿਹੜਾ? ਨਹੀਂ ਦੱਸ ਸਕਦਾ। ਦੱਸਣ ਵਾਲਾ ਜਦੋਂ ਦੂਜੇ ਪਾਸੇ ਜਾਵੇਗਾ ਉਦੋਂ ਉੱਧਰ ਜਾ ਕੇ ਉਹਨੇ ਕਹਿਣਾ ਵੀ ਇਹ ਉਰਲਾ ਕਿਨਾਰਾ ਉੱਧਰਲਾ ਪਰਲਾ ਹੈ। ਤਾਂ ਇਹ ਦੱਸਿਆ ਨਹੀਂ ਜਾ ਸਕਦਾ। ਸੋ ਗੁਰੂ ਦਾ ਵੀ ਉਰਲਾ ਪਰਲਾ ਆਦ ਅੰਤ ਕਿਨਾਰਾ ਗੁਰੂ ਦਾ ਦੱਸਿਆ ਨਹੀਂ ਜਾਂਦਾ। ਪਰਮੇਸ਼ਰ ਸਵਰੂਪ ਹਨ ਸਤਿਗੁਰੂ। ਹੋਰਨ ਅਲਖ ਨ ਲਖੀਐ, ਗੁਰ ਚੇਲੇ ਮਿਲ ਅਲਖ ਲਖਾਇਆ। ਹੋਰਨ, ਹੋਰ ਜਿੰਨੇ ਵੀ ਲੋਕ ਹਨ, ਕਿਸੇ ਨੇ ਅਲਖ ਸਰੂਪ ਪਰਮਾਤਮਾ ਨੂੰ ਨਹੀਂ ਜਾਣਿਆ। ਗੁਰ ਚੇਲੇ ਮਿਲ ਅਲਖ ਲਖਾਇਆ। ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਆਪਣੇ ਚੇਲੇ ਭਾਵ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲ ਕੇ ਅਲਖ ਜੋ ਪ੍ਰਭੂ ਹੈ ਉਹਦੇ ਬਾਰੇ ਲਿਖਾ ਦਿੱਤਾ, ਜਣਾ ਦਿੱਤਾ ਹੈ। ਹਰਗੋਬਿੰਦ ਗੁਰੂ ਗੁਰ ਭਾਇਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੂੰ ਭਾਏ ਹਨ, ਚੰਗੇ ਲੱਗੇ ਹਨ। ਇਹੀ ਕਾਰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਗੁਰਤਾ ਗੱਦੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ ਹੈ। ਸੋ ਇਹ ਅਖੀਰਲੀ ਪੌੜੀ 25ਵੀਂ ਪੌੜੀ ਹੈ 24ਵੀਂ ਵਾਰ ਦੀ। ਇਹਦੇ ਵਿੱਚ 6 ਗੁਰੂ ਸਾਹਿਬਾਨਾਂ ਦਾ ਭਾਈ ਗੁਰਦਾਸ ਜੀ ਵਰਣਨ ਕਰਦੇ ਨੇ। ਨਿਰੰਕਾਰ ਨਾਨਕ ਦਿਓ, ਨਿਰੰਕਾਰ ਆਕਾਰ ਬਣਾਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕੌਣ ਹਨ? ਆਪ ਨਿਰੰਕਾਰ। ਨਿਰੰਕਾਰ ਨਾਨਕ ਦਿਓ। ਗੁਰੂ ਨਾਨਕ ਦੇਵ ਜੀ ਆਪ ਨਿਰੰਕਾਰ ਹਨ। ਨਿਰੰਕਾਰ ਆਕਾਰ ਬਣਾਇਆ, ਕਿਉਂਕਿ ਨਿਰੰਕਾਰ ਪ੍ਰਭੂ ਨੇ ਹੀ ਆਪਣਾ ਇਹ ਆਕਾਰ ਬਣਾਇਆ, ਸਰੀਰ ਧਾਰਿਆ। ਗੁਰੂ ਨਾਨਕ ਸਾਹਿਬ ਜੀ ਵਾਲਾ ਸਰੀਰ ਵਾਹਿਗੁਰੂ ਨੇ ਧਾਰਨ ਕੀਤਾ ਹੈ। ਗੁਰ ਅੰਗਦ ਗੁਰ ਅੰਗ ਤੇ, ਗੰਗਾ ਜਾਣ ਤਰੰਗ ਉਠਾਇਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਅੰਗਾਂ ਤੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਇਸ ਤਰ੍ਹਾਂ ਉਤਪੰਨ ਕੀਤਾ ਜਿਵੇਂ ਗੰਗਾ ਦੀਆਂ ਲਹਿਰਾਂ ਤੋਂ ਤਰੰਗ ਉੱਠਦੇ ਨੇ। ਗੰਗਾ ਦੇ ਵਿੱਚੋਂ ਤਰੰਗ ਉੱਠਦੇ ਨੇ, ਲਹਿਰਾਂ ਪੈਦਾ ਹੁੰਦੀਆਂ। ਗੁਰੂ ਨਾਨਕ ਸਾਹਿਬ ਜੀ ਨੇ ਅੰਗਾਂ ਦੇ ਨਾਲ ਲਾ ਕੇ ਭਾਈ ਲਹਿਣੇ ਨੂੰ ਗੁਰੂ ਅੰਗਦ ਦੇਵ ਬਣਾ ਦਿੱਤਾ। ਅਮਰਦਾਸ ਗੁਰ ਅੰਗਦਹੁ, ਜੋਤ ਸਰੂਪ ਚਲਤ ਵਰਤਾਇਆ। ਇਸੇ ਤਰ੍ਹਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ ਗੁਰੂ ਅਮਰਦਾਸ ਜੀ ਜੋਤੀ ਸਵਰੂਪ ਹੋਏ ਅਤੇ ਮਹਾਰਾਜ ਨੇ ਚਲਤ ਵਰਤਾਇਆ ਅਤੇ ਇਹ ਕੌਤਕ ਵਰਤਾਇਆ ਜੋਤ ਸਰੂਪ ਦਾ। ਦੂਜੇ ਥਾਂ ਤੋਂ ਜੋਤ ਤੀਜੇ ਸਰੀਰ ਵਿੱਚ ਘਰ ਕਰ ਗਈ। ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ ਗੁਰੂ ਅਮਰਦਾਸ ਜੀ ਗੁਰੂ ਪ੍ਰਗਟ ਹੋਏ। ਗੁਰ ਅਮਰਹੁ ਗੁਰ ਰਾਮਦਾਸ, ਅਨਹਦ ਨਾਦਹੁ ਸ਼ਬਦ ਸੁਣਾਇਆ। ਫਿਰ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਗੁਰੂ ਰਾਮਦਾਸ ਮਹਾਰਾਜ ਜੀ ਪ੍ਰਗਟ ਹੋਏ। ਮਾਨੋ ਅਨਹਦ ਨਾਦ ਤੋਂ ਸਤਿਗੁਰੂ ਨੇ ਇਹ ਸ਼ਬਦ ਸੁਣਾਇਆ ਹੈ। ਰਾਮਦਾਸਹੁ ਅਰਜਨ ਗੁਰੂ, ਦਰਸ਼ਨ ਦਰਪਨ ਵਿੱਚ ਦਿਖਾਇਆ। ਫਿਰ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਪੰਚਮ ਪਾਤਸ਼ਾਹ ਧੰਨ ਗੁਰੂ ਅਰਜੁਨ ਦੇਵ ਜੀ ਪ੍ਰਗਟ ਹੋਏ। ਦਰਸ਼ਨ ਦਰਪਨ ਵਿੱਚ ਦਿਖਾਇਆ,
ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ, ਜਿਵੇਂ ਦਰਪਣ ਵਿੱਚ ਸ਼ੀਸ਼ੇ ਦੇ ਵਿੱਚ ਅਕਸ਼ ਦਿਖਾਈ ਦਿੰਦਾ ਹੈ, ਸ਼ੀਸ਼ੇ ਵਿੱਚ ਅਕਸ਼ ਵੇਖੋ, ਉਹ ਕੋਈ ਹੋਰ ਨਹੀਂ ਹੁੰਦਾ, ਉਹ ਆਪਣਾ ਹੀ ਹੁੰਦਾ ਹੈ। ਇਸੇ ਤਰ੍ਹਾਂ ਮਹਾਰਾਜ ਗੁਰੂ ਰਾਮਦਾਸ ਜੀ ਤੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਹੋਏ, ਕੋਈ ਭੇਦ ਨਹੀਂ, ਕੋਈ ਫਰਕ ਨਹੀਂ, ਸਾਰੇ ਗੁਰੂ ਸਾਹਿਬਾਨ ਇੱਕ ਰੂਪ ਹੀ ਹਨ। ਹਰ ਗੋਬਿੰਦ ਗੁਰ ਅਰਜਨ ਹੋ, ਗੁਰ ਗੋਬਿੰਦ ਨਾਉ ਸਦਵਾਇਆ। ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਪ੍ਰਗਟ ਹੋਏ ਅਤੇ ਸਤਿਗੁਰੂ ਨੇ ਗੁਰੂ ਅਤੇ ਗੋਬਿੰਦ ਆਪਣਾ ਨਾਮ ਸਦਵਾਇਆ ਹੈ। ਇੱਥੇ ਆਕਾਰ ਧਾਰਿਆ, ਸਰੀਰ ਧਾਰੇ, ਗੁਰੂ ਕਹਾਇਆ, ਅਤੇ ਜੋ ਆਕਾਰ ਤੋਂ ਬਿਨਾਂ ਉਹ ਗੋਬਿੰਦ ਸਦਵਾਇਆ, ਪਰਮਾਤਮਾ ਸਦਵਾਇਆ ਹੈ। ਗੁਰ ਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟੀ ਆਇਆ। ਗੁਰੂ ਦੀ ਮੂਰਤੀ ਕੀ ਹੈ? ਗੁਰੂ ਦਾ ਸ਼ਬਦ। ਮੂਰਤੀ ਦਾ ਭਾਵ ਹੁੰਦਾ ਸਵਰੂਪ। ਮੂਰਤੀ ਦਾ ਉਹ ਦੂਜੀ ਮੂਰਤੀ ਨਾ ਸਮਝ ਲਿਓ ਜੋ ਪੱਥਰ ਦੀ ਮੂਰਤ ਹੁੰਦੀ ਹੈ। ਅਕਾਲ ਮੂਰਤ ਆਪਾਂ ਮੂਲ ਮੰਤਰ ਵਿੱਚ ਪੜ੍ਹਦੇ ਹਾਂ। ਪਰਮੇਸ਼ਰ ਦੀ ਜੋ ਮੂਰਤ ਹਸਤੀ ਹੈ, ਉਹਦਾ ਸਵਰੂਪ ਹੈ, ਉਹ ਕਾਲ ਤੋਂ ਰਹਿਤ ਹੈ, ਸਮੇਂ ਤੋਂ ਵੀ ਅਤੇ ਮੌਤ ਤੋਂ ਵੀ। ਸੋ ਗੁਰ ਮੂਰਤ ਗੁਰ ਸ਼ਬਦ ਹੈ। ਗੁਰੂ ਦੀ ਮੂਰਤੀ ਗੁਰੂ ਦਾ ਸ਼ਬਦ ਹੈ। ਸਾਧ ਸੰਗਤ ਵਿੱਚ ਪ੍ਰਗਟੀ ਆਇਆ, ਜੋ ਸਾਧ ਸੰਗਤ ਦੇ ਵਿੱਚ ਸਦਾ ਹੀ ਪ੍ਰਗਟ ਰਹਿੰਦੀ ਹੈ। ਇਹ ਮੂਰਤੀ ਜੋ ਸ਼ਬਦ ਹੈ ਨਾ, ਸ਼ਬਦ ਸਵਰੂਪ ਸਾਧ ਸੰਗਤ ਵਿੱਚ ਸਦਾ ਹੀ ਪ੍ਰਗਟ ਰਹਿੰਦਾ ਹੈ। ਪੈਰੀ ਪਾਏ ਸਭ ਜਗਤ ਤਰਾਇਆ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਸਾਰਿਆਂ ਨੂੰ ਆਪਣੇ ਚਰਨੀ ਪਾ ਕੇ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸਾਰੇ ਜਗਤ ਨੂੰ ਤਾਰ ਦਿੱਤਾ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ, ਫਿਰ ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਅਮਰਦਾਸ ਜੀ, ਸਤਿਗੁਰੂ ਜੋਤ ਉਹੀ ਹੈ, ਸਰੀਰ ਬਦਲਦੇ ਰਹੇ ਨੇ। ਇੱਕੋ ਜੋਤ 10 ਸਰੀਰਾਂ ਦੇ ਵਿੱਚ ਵਰਤੀ, ਫਿਰ ਉਹੀ ਜੋਤ ਅੱਜ ਸ਼ਬਦ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਰਤ ਰਹੀ ਹੈ। ਸਤਿਗੁਰੂ ਮਹਾਰਾਜ ਜੀ ਨੇ ਆਪਣੇ ਪੈਰੀਂ ਪਾ ਕੇ ਸਾਰੇ ਜਗਤ ਨੂੰ ਤਾਰ ਦਿੱਤਾ। ਸਤਿਗੁਰੂ ਕਿਰਪਾ ਕਰਨ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਗੁਰ ਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟੀ ਆਇਆ। ਪੈਰੀ ਪਾਏ ਸਭ ਜਗਤ ਤਰਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।